ਮੈਂ ਦੁਬਈ ਵਿੱਚ ਇੱਕ ਸੇਖ ਦੇ ਘਰ ਉਸਦੇ ਬੱਚੇ ਸੰਭਾਲਦੀ ਸੀ। ਰਾਤ ਨੂੰ ਜਦੋਂ ਘਰ ਜਾਣ ਲੱਗਦੀ ਤਾਂ ਮਾਲਕ ਮੈਨੂੰ ਕਦੇ 500 ਕਦੇ 1000 ਦਿਰਹਮ ਮੈਨੂੰ ਫੜਾ ਦਿੰਦਾ। ਮਹੀਨੇ ਬਾਅਦ ਤਨਖਾਹ ਵੀ ਚੰਗੀ ਮਿਲਦੀ ਸੀ। ਇੱਕ ਰਾਤ ਸੇਖ ਦੀ ਘਰਵਾਲੀ ਨਾਰਾਜ਼ ਹੋ ਕੇ ਘਰ ਤੋਂ ਚਲੇ ਗਈ। ਮਾਲਕ ਨੇ ਮੈਨੂੰ ਘਰ 'ਤੇ ਹੀ ਰੋਕ ਲਿਆ। ਮੇਰੇ ਹੋਸ਼ ਉੱਡ ਗਏ। ਉਸ ਰਾਤ ਮਾਲਕ ਨੇ ਮੇਰੇ ਨਾਲ ਮੈਂ ਤੇ ਮੇਰੇ ਪਤੀ ਦੁਬਈ ਵਿੱਚ ਰਹਿੰਦੇ ਸੀ। ਮੇਰੇ ਪਤੀ ਨੇ +2 ਕੀਤੀ ਸੀ ਤੇ ਮੈਂ BA ਕੀਤੀ ਸੀ। ਮੇਰੇ ਪਤੀ ਨੂੰ ਇੱਕ ਕੰਪਨੀ ਵਿੱਚ ਵਰਕਰ ਦਾ ਕੰਮ ਮਿਲ ਗਿਆ ਸੀ, ਪਰ ਉਸਦੀ ਤਨਖਾਹ ਇੰਨੀ ਨਹੀਂ ਸੀ ਕਿ ਸਾਡਾ ਗੁਜ਼ਾਰਾ ਚੰਗੀ ਤਰ੍ਹਾਂ ਚੱਲ ਸਕੇ। ਇਸ ਲਈ ਮੈਂ ਵੀ ਕੰਮ ਕਰਨਾ ਚਾਹੁੰਦੀ ਸੀ। ਫਿਰ ਮੈਨੂੰ ਇੱਕ ਸ਼ੇਖ ਦੇ ਘਰ ਉਸਦੇ ਬੱਚੇ ਸੰਭਾਲਣ ਦਾ ਕੰਮ ਮਿਲ ਗਿਆ। ਮੈਂ ਉਸਦੇ ਬੱਚਿਆਂ ਦੀ ਕੇਅਰ ਟੇਕਰ ਦੇ ਤੌਰ 'ਤੇ ਕੰਮ ਕਰਨ ਲੱਗੀ। ਮਾਲਕ ਬਹੁਤ ਚੰਗਾ ਇਨਸਾਨ ਸੀ। ਉਸਨੇ ਮੇਰੀ ਤਨਖਾਹ ਵੀ ਚੰਗੀ ਰੱਖੀ ਸੀ। ਜਦ ਮੈਂ ਆਪਣੇ ਪਤੀ ਨੂੰ ਇਸ ਨੌਕਰੀ ਤੇ ਆਪਣੀ ਤਨਖਾਹ ਬਾਰੇ ਦੱਸਿਆ ਤਾਂ ਉਹ ਬਹੁਤ ਖੁਸ਼ ਹੋਏ। ਮੇਰੇ ਪਤੀ ਕਹਿਣ ਲੱਗੇ, ਜੇ ਆਪਾਂ ਦੋਨੋਂ ਮਿਲ ਕੇ ਮਿਹਨਤ ਕਰਾਂਗੇ ਤਾਂ ਆਪਣੇ ਘਰ ਦੇ ਖਰਚੇ ਤੋਂ ਇਲਾਵਾ ਕੁਝ ਪੈਸੇ ਜਮ੍ਹਾਂ ਵੀ ਕਰ ਸਕਦੇ ਹਾਂ। ਮੈਂ ਵੀ ਦਿਨ ਭਰ ਵਿਹਲੀ ਹੀ ਹੁੰਦੀ ਸੀ, ਇਸ ਲਈ ਮੈਂ ਸਵੇਰੇ ਹੀ ਆਪਣੇ ਘਰ ਦੇ ਸਾਰੇ ਕੰਮ ਕਰਕੇ ਉਸ ਸ਼ੇਖ ਦੇ ਘਰ ਚਲੇ ਜਾਂਦੀ ਤੇ ਉਸ ਦੇ ਬੱਚੇ ਸੰਭਾਲਦੀ। ਉਸਦੇ 2 ਬੱਚੇ ਸਨ, ਉਹ ਵੀ ਜੁੜਵਾ। ਦੋਨੇ ਬੇਟੇ ਹੀ ਸਨ ਤੇ ਦੋਨੇ 1 ਸਾਲ ਦੇ ਸਨ। ਮਾਲਕ ਦੀ ਪਤਨੀ ਬੱਚਿਆਂ ਦਾ ਜ਼ਿਆਦਾ ਧਿਆਨ ਨਹੀਂ ਦਿੰਦੀ ਸੀ, ਇਸ ਲਈ ਬੱਚਿਆਂ ਦੀ ਸਾਰੀ ਜ਼ਿੰਮੇਵਾਰੀ ਮੇਰੇ 'ਤੇ ਹੀ ਸੀ। ਮੈਂ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਬੱਚਿਆਂ ਨੂੰ ਸੰਭਾਲਦੀ ਸੀ। ਮੈਨੂੰ ਹੈਰਾਨੀ ਹੁੰਦੀ ਸੀ ਕਿ ਇੱਕ ਮਾਂ ਹੁੰਦੇ ਹੋਏ ਵੀ ਉਹ ਆਪਣੇ ਬੱਚਿਆਂ ਨੂੰ ਦੇਖਦੀ ਤੱਕ ਨਹੀਂ ਸੀ, ਉਹਨਾਂ ਦੇ ਖਾਣ ਪੀਣ ਦਾ ਵੀ ਧਿਆਨ ਨਹੀਂ ਰੱਖਦੀ ਸੀ। ਇਸ ਲਈ ਸਾਰੀ ਜ਼ਿੰਮੇਵਾਰੀ ਮੇਰੀ ਹੀ ਸੀ। ਬੱਚਿਆਂ ਦੇ ਖਾਣੇ ਦਾ ਖਿਆਲ ਰੱਖਣਾ, ਉਹਨਾਂ ਨੂੰ ਖਿਡਾਉਣਾ, ਡਾਈਪਰ ਚੇਂਜ ਕਰਨਾ ਆਦਿ ਸਾਰੀ ਜ਼ਿੰਮੇਵਾਰੀ ਮੇਰੇ ਸਿਰ 'ਤੇ ਹੀ ਸੀ। ਵੈਸੇ ਵੀ ਮਾਲਕਣ ਸਖਤ ਮਿਜਾਜ਼ ਦੀ ਸੀ। ਉਹ ਮੇਰੇ ਨਾਲ ਵੀ ਗੁੱਸੇ ਹੀ ਰਹਿੰਦੀ ਸੀ, ਮੇਰੇ ਨਾਲ ਬਹੁਤ ਘੱਟ ਗੱਲ ਕਰਦੀ ਸੀ। ਅਜੇ ਮੈਨੂੰ ਉਹਨਾਂ ਦੇ ਘਰ ਕੁਝ ਦਿਨ ਹੀ ਹੋਏ ਸਨ ਕੰਮ ਕਰਦੀ ਨੂੰ। ਮੈਂ ਮਾਲਕਣ ਦੇ ਮਿਜਾਜ਼ ਨੂੰ ਚੰਗੀ ਤਰ੍ਹਾਂ ਜਾਣ ਗਈ ਸੀ। ਉਹ ਹਰ ਵਕਤ ਨੌਕਰਾਂ 'ਤੇ ਚੀਖਦੀ ਚਿਲਾਉਂਦੀ ਰਹਿੰਦੀ। ਜੇ ਕਿਸੇ ਤੋਂ ਕੁਝ ਵੀ ਗਲਤ ਹੋ ਜਾਂਦਾ ਤਾਂ ਉਸ ਨੌਕਰ ਦੀ ਸਿਆਮਤ ਆ ਜਾਂਦੀ। ਜਦ ਮਾਲਕ ਘਰ ਆ ਜਾਂਦੇ ਤਾਂ ਉਹਨਾਂ 'ਤੇ ਵੀ ਜਰਾ ਜਿਹੀ ਗੱਲ 'ਤੇ ਸ਼ੋਰ ਮਚਾਉਣ ਲੱਗ ਜਾਂਦੀ। ਮੈਂ ਇਹ ਗੱਲ ਮਹਿਸੂਸ ਕੀਤੀ ਸੀ ਕਿ ਮਾਲਕ ਆਪਣੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸਨ, ਪਰ ਉਹਨਾਂ ਦੀ ਪਤਨੀ ਸ਼ਾਇਦ ਉਹਨਾਂ ਨੂੰ ਚੰਗੀ ਨਹੀਂ ਮਿਲੀ ਸੀ। ਮਾਲਕ ਜਦ ਵੀ ਆਪਣੇ ਕੰਮ ਤੋਂ ਘਰ ਵਾਪਸ ਆਉਂਦੇ ਤਾਂ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਦੇ ਕਮਰੇ ਵਿੱਚ ਜਾਂਦੇ। ਮੈਂ ਸਾਰਾ ਦਿਨ ਬੱਚਿਆਂ ਦੇ ਨਾਲ ਹੀ ਬਿਜੀ ਰਹਿੰਦੀ ਸੀ, ਇਸ ਲਈ ਜਦੋਂ ਮਾਲਕ ਦਸਤਕ ਦਿੰਦੇ ਤਾਂ ਮੈਂ ਜਲਦੀ ਨਾਲ ਠੀਕ ਹੋ ਕੇ ਬੈਠ ਜਾਂਦੀ। ਫਿਰ ਹੀ ਉਹ ਦਰਵਾਜ਼ਾ ਖੋਲ੍ਹਦੇ ਸਨ। ਫਿਰ ਉਹ ਆਪਣੇ ਬੱਚਿਆਂ ਨੂੰ ਆ ਕੇ ਪਿਆਰ ਕਰਦੇ। ਉਹ ਮੈਨੂੰ ਵੀ ਪੁੱਛਦੇ ਸਨ ਕਿ ਬੱਚਿਆਂ ਨੇ ਜ਼ਿਆਦਾ ਤੰਗ ਤਾਂ ਨਹੀਂ ਕੀਤਾ, ਇਹਨਾਂ ਨੇ ਚੰਗੀ ਤਰ੍ਹਾਂ ਖਾਧਾ ਪੀਤਾ ਵੀ ਹੈ ਜਾਂ ਨਹੀਂ। ਉਹ ਮੈਨੂੰ ਬੱਚਿਆਂ ਦੀ ਪੂਰੇ ਦਿਨ ਦੀ ਡਿਟੇਲ ਪੁੱਛਦੇ। ਮੈਂ ਵੀ ਮਾਲਕ ਨੂੰ ਬੱਚਿਆਂ ਦੇ ਪੂਰੇ ਦਿਨ ਦੀ ਰੁਟੀਨ ਦੱਸ ਦਿੰਦੀ ਸੀ। ਇੱਕ ਦਿਨ ਸ਼ਾਮ ਨੂੰ ਜਦੋਂ ਮੈਂ ਘਰ ਵਾਪਸ ਜਾਣ ਲੱਗੀ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ 1 ਮਿੰਟ ਰੁਕੋ। ਫਿਰ ਉਹਨਾਂ ਨੇ ਆਪਣਾ ਪਰਸ ਕੱਢਿਆ ਤੇ ਮੈਨੂੰ 300 ਦਿਰਹਮ ਫੜਾ ਦਿੱਤੇ। ਮੈਂ ਹੈਰਾਨ ਰਹਿ ਗਈ ਸੀ, ਹਾਲਾਂਕਿ ਉਹਨਾਂ ਨੇ ਮੇਰੀ ਤਨਖਾਹ ਵੀ ਚੰਗੀ ਰੱਖੀ ਸੀ। ਮੈਂ ਹੈਰਾਨੀ ਨਾਲ ਇੱਕ ਨਜ਼ਰ ਮਾਲਕ ਵੱਲ ਦੇਖਿਆ ਸੀ ਤਾਂ ਉਹ ਕਹਿਣ ਲੱਗੇ ਕਿ ਤੂੰ ਰੱਖ ਲੈ, ਤੇਰੇ ਕੰਮ ਆਉਣਗੇ। ਮੈਂ ਕਿਹਾ, ਨਹੀਂ ਮਾਲਕ, ਤੁਸੀਂ ਜਿਹੜੀ ਤਨਖਾਹ ਮੇਰੀ ਤੈਅ ਕੀਤੀ ਹੈ ਉਹ ਮੈਨੂੰ ਕਾਫੀ ਹੈ। ਮੇਰੀ ਗੱਲ ਸੁਣ ਕੇ ਉਹ ਥੋੜ੍ਹਾ ਜਿਹਾ ਮੁਸਕਰਾਏ ਤੇ ਕਹਿਣ ਲੱਗੇ ਕਿ ਮੈਂ ਆਪਣੀ ਖੁਸ਼ੀ ਨਾਲ ਦੇ ਰਿਹਾ ਹਾਂ, ਤੂੰ ਰੱਖ ਲੈ। ਫਿਰ ਮੈਂ ਉਹ ਪੈਸੇ ਫੜ ਕੇ ਆਪਣੇ ਪਰਸ ਵਿੱਚ ਰੱਖ ਲਏ ਤੇ ਘਰ ਨੂੰ ਜਾਣ ਲੱਗੀ। ਜਿਵੇਂ ਹੀ ਮੈਂ ਦਰਵਾਜ਼ੇ ਤੱਕ ਪਹੁੰਚੀ ਤਾਂ ਉਹ ਮੈਨੂੰ ਕਹਿਣ ਲੱਗੇ, ਗੱਲ ਸੁਣ। ਮੈਂ ਕਿਹਾ, ਜੀ। ਉਹ ਕਹਿਣ ਲੱਗੇ ਕਿ ਇਸ ਗੱਲ ਦਾ ਜ਼ਿਕਰ ਆਪਣੀ ਮਾਲਕਣ ਕੋਲ ਨਾ ਕਰੀਂ। ਆਪਣੀ ਮਾਲਕਣ ਨੂੰ ਨਾ ਦੱਸੀ ਕਿ ਮੈਂ ਤੈਨੂੰ 300 ਦਿਰਹਮ ਦਿੱਤੇ ਹਨ। ਮੈਂ ਇਸ ਗੱਲ ਨੂੰ ਸੁਣ ਕੇ ਕੁਝ ਦੇਰ ਸੋਚ ਵਿੱਚ ਪੈ ਗਈ। ਫਿਰ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਤੇ ਕਮਰੇ ਵਿੱਚੋਂ ਬਾਹਰ ਨਿਕਲ ਗਈ। ਪਰ ਪਤਾ ਨਹੀਂ ਉਸ ਰਾਤ ਮੈਨੂੰ ਇੰਨੀ ਬੇਚੈਨੀ ਕਿਉਂ ਹੋ ਰਹੀ ਸੀ। ਇੱਕ ਤਾਂ ਮੈਨੂੰ ਮਾਲਕ ਨੇ 300 ਦਿਰਹਮ ਦਿੱਤੇ ਸਨ ਤੇ ਦੂਜਾ ਉਸ ਨੂੰ ਮਾਲਕਣ ਤੋਂ ਛੁਪਾਉਣ ਲਈ ਕਿਹਾ ਸੀ। ਇਹ ਦੋਨੇ ਗੱਲਾਂ ਮੇਰੇ ਦਿਮਾਗ ਵਿੱਚ ਉਲਝਣ ਦਾ ਕੰਮ ਕਰ ਰਹੀਆਂ ਸਨ। ਫਿਰ ਮੈਂ ਸੋਚਿਆ ਕਿ ਸ਼ਾਇਦ ਮਾਲਕਣ ਗੁੱਸੇ ਵਾਲੀ ਹੈ, ਇਸੇ ਲਈ ਮਾਲਕ ਨੇ ਦੱਸਣ ਤੋਂ ਮਨਾ ਕੀਤਾ ਹੋਵੇਗਾ। ਚਲੋ, ਜੇ ਮਾਲਕ ਨੇ ਪੈਸੇ ਦੇ ਦਿੱਤੇ ਤਾਂ ਕੋਈ ਗੱਲ ਨਹੀਂ। ਮੈਂ ਉਹ ਪੈਸੇ ਸੰਭਾਲ ਕੇ ਰੱਖ ਦਿੱਤੇ। ਪਰ ਮੇਰੀ ਹੈਰਾਨੀ ਦੀ ਹੱਦ ਉਸ ਵਕਤ ਨਾ ਰਹੀ ਜਦੋਂ ਅਗਲੇ ਦਿਨ ਵੀ ਮਾਲਕ ਨੇ ਮੈਨੂੰ 200 ਦਿਰਹਮ ਦੇ ਦਿੱਤੇ। ਇਸ ਵਾਰ ਤਾਂ ਮੈਨੂੰ ਸ਼ੱਕ ਹੋਣ ਲੱਗਿਆ ਸੀ, ਆਖਰ ਮਾਲਕ ਮੇਰੇ 'ਤੇ ਇੰਨੀ ਮਿਹਰਬਾਨੀ ਕਿਉਂ ਕਰ ਰਹੇ ਸਨ।
ਮੈਂ ਕਿਹਾ, ਮੈਨੂੰ ਇਹ ਦਿਰਹਮ ਨਹੀਂ ਚਾਹੀਦੇ ਹਨ। ਤੁਸੀਂ ਕਿਉਂ ਰੋਜ਼-ਰੋਜ਼ ਮੈਨੂੰ ਪੈਸੇ ਦਿੰਦੇ ਹੋ? ਮੈਂ ਜਲਦੀ ਨਾਲ ਬੈੱਡ ਦੀ ਚਾਦਰ ਠੀਕ ਕਰਨ ਲੱਗੀ, ਕਿਉਂਕਿ ਮਾਲਕ ਮੇਰੇ ਚਿਹਰੇ ਵੱਲ ਗੌਰ ਨਾਲ ਦੇਖ ਰਿਹਾ ਸੀ। ਉਹ ਕਹਿਣ ਲੱਗੇ ਕਿ ਤੂੰ ਮੇਰੇ ਬੱਚਿਆਂ ਦਾ ਖਿਆਲ ਰੱਖਦੀ ਐਂ। ਮੈਂ ਕਿਹਾ, ਉਹ ਤਾਂ ਮੇਰੀ ਡਿਊਟੀ ਹੈ ਤੇ ਉਸ ਦੇ ਪੈਸੇ ਮੈਂ ਤੁਹਾਡੇ ਕੋਲੋਂ ਲੈਂਦੀ ਹਾਂ। ਫਿਲਹਾਲ ਮੈਂ ਉਸ ਸ਼ਖਸ ਤੋਂ ਉਸ ਦਿਨ ਕੋਈ ਪੈਸੇ ਨਹੀਂ ਲਏ ਤੇ ਘਰ ਵਾਪਸ ਆ ਗਈ। ਪਰ ਅਗਲੇ ਦਿਨ ਜਦੋਂ ਮੈਂ ਬੱਚਿਆਂ ਨੂੰ ਸੰਭਾਲਣ ਲਈ ਗਈ ਤਾਂ ਮੈਂ ਦੇਖਿਆ ਕਿ ਮਾਲਕ ਉਸ ਦਿਨ ਆਪਣੇ ਕੰਮ ਤੇ ਨਹੀਂ ਗਿਆ ਸੀ, ਸਗੋਂ ਘਰ ਹੀ ਸੀ ਤੇ ਬੱਚਿਆਂ ਦੇ ਕੋਲ ਸੀ। ਜਦ ਮੈਂ ਆਈ ਤਾਂ ਮੈਨੂੰ ਕਹਿਣ ਲੱਗੇ ਕਿ ਤੂੰ ਇੰਨੀ ਦੇਰ ਨਾਲ ਕਿਉਂ ਆਈ ਹੈ? ਕੀ ਤੈਨੂੰ ਪਤਾ ਹੈ ਕਿ ਮੇਰੇ ਦੋਨੋਂ ਬੱਚਿਆਂ ਨੂੰ ਬੁਖਾਰ ਹੈ? ਮਾਲਕ ਦੇ ਕਹਿਣ ਦੇ ਲਹਿਜੇ ਵਿੱਚ ਫਿਕਰਮੰਦੀ ਸੀ ਤੇ ਲਹਿਜਾ ਥੋੜਾ ਸਖਤ ਵੀ ਸੀ। ਮੈਂ ਘਬਰਾ ਕੇ ਜਦ ਘੜੀ ਵੱਲ ਦੇਖਿਆ ਤਾਂ ਘੜੀ ਤੇ ਪੂਰੇ 11 ਵਜੇ ਸਨ ਤੇ ਮੈਂ ਤਾਂ ਇਸੇ ਵਕਤ ਆਉਂਦੀ ਸੀ। ਮੈਂ ਕਿਹਾ ਕਿ ਮੈਂ ਤਾਂ ਆਪਣਾ ਸਹੀ ਟਾਈਮ ਤੇ ਆਈ ਹਾਂ। ਤਾਂ ਉਹ ਕਹਿਣ ਲੱਗੇ ਕਿ ਇਸੇ ਗੱਲ ਦੇ ਤਾਂ ਤੈਨੂੰ ਪੈਸੇ ਦੇ ਰਿਹਾ ਸੀ ਕਿ ਤੂੰ ਮੇਰੇ ਬੱਚਿਆਂ ਦਾ ਜ਼ਿਆਦਾ ਖਿਆਲ ਰੱਖੇਂ। ਇਹਨਾਂ ਦੀ ਮਾਂ ਤਾਂ ਇਹਨਾਂ ਦੀ ਪਰਵਾਹ ਨਹੀਂ ਕਰਦੀ। ਬੱਚਿਆਂ ਨੂੰ ਸਵੇਰ ਤੋਂ ਬੁਖਾਰ ਹੈ, ਪਰ ਮੈਂ ਤੈਨੂੰ ਨੌਕਰੀ ਤੇ ਰੱਖਿਆ ਤਾਂ ਕਿ ਮੇਰੇ ਬੱਚਿਆਂ ਦੀ ਚੰਗੀ ਤੋਂ ਚੰਗੀ ਕੇਅਰ ਹੋ ਸਕੇ, ਇਸ ਲਈ ਨਹੀਂ ਕਿ ਤੂੰ 11 ਵਜੇ ਆਵੇਂ ਤੇ ਮੇਰੇ ਬੱਚੇ ਇੱਥੇ ਬਿਮਾਰੀ ਦੇ ਕਾਰਨ ਰੋਂਦੇ ਰਹਿਣ। ਇੱਕ ਬੱਚਾ ਤਾਂ ਸੋ ਰਿਹਾ ਸੀ, ਪਰ ਦੂਜਾ ਬੱਚਾ ਰੋਈ ਜਾ ਰਿਹਾ ਸੀ। ਮੈਂ ਜਲਦੀ ਨਾਲ ਮਾਲਕ ਤੋਂ ਉਸ ਬੱਚੇ ਨੂੰ ਫੜ ਕੇ ਆਪਣੀ ਗੋਦ ਵਿੱਚ ਲੈ ਲਿਆ ਤੇ ਉਸ ਨੂੰ ਚੁੱਪ ਕਰਾਉਣ ਲੱਗੀ। ਦੋਨੇ ਬੱਚੇ ਮੇਰਾ ਬਹੁਤ ਲਗਾਵ ਕਰਦੇ ਸਨ। ਜਿਵੇਂ ਹੀ ਬੱਚਾ ਮੇਰੀ ਗੋਦ ਵਿੱਚ ਆਇਆ, ਉਹ ਇੱਕਦਮ ਚੁੱਪ ਕਰ ਗਿਆ। ਮੈਂ ਉਸ ਨੂੰ ਸੀਨੇ ਨਾਲ ਲਗਾਇਆ। ਉਹ ਬੁਖਾਰ ਨਾਲ ਤਪ ਰਿਹਾ ਸੀ। ਮੈਂ ਉਸਦੇ ਮੱਥੇ ਨੂੰ ਚੁੰਮਿਆ। ਮੈਂ ਕਿਹਾ, ਤੁਹਾਨੂੰ ਮੇਰਾ ਇੰਤਜ਼ਾਰ ਕਰਨ ਦੀ ਜਗ੍ਹਾ ਬੱਚਿਆਂ ਨੂੰ ਡਾਕਟਰ ਕੋਲ ਲੈ ਕੇ ਜਾਣਾ ਚਾਹੀਦਾ ਸੀ। ਬੱਚਿਆਂ ਨੂੰ ਬਹੁਤ ਜ਼ਿਆਦਾ ਬੁਖਾਰ ਹੈ। ਮੇਰੀ ਗੱਲ ਸੁਣ ਕੇ ਉਸਨੇ ਆਪਣੇ ਮੱਥੇ ਤੇ ਹੱਥ ਮਾਰਿਆ ਤੇ ਕਿਹਾ, ਮੇਰੀ ਅਕਲ ਮਾਰੀ ਗਈ ਸੀ। ਮੈਨੂੰ ਤਾਂ ਬੱਚਿਆਂ ਨੂੰ ਡਾਕਟਰ ਕੋਲ ਲੈ ਕੇ ਜਾਣਾ ਚਾਹੀਦਾ ਸੀ। ਫਿਰ ਉਹਨਾਂ ਨੇ ਸੋਏ ਹੋਏ ਬੱਚੇ ਨੂੰ ਗੋਦ ਵਿੱਚ ਚੁੱਕਿਆ ਤੇ ਕਹਿਣ ਲੱਗੇ ਕਿ ਚੱਲ ਮੇਰੇ ਨਾਲ, ਆਪਾਂ ਬੱਚਿਆਂ ਨੂੰ ਡਾਕਟਰ ਨੂੰ ਦਿਖਾ ਕੇ ਆਉਂਦੇ ਹਾਂ। ਇਹ ਸੁਣ ਕੇ ਮੈਂ ਹੈਰਾਨ ਰਹਿ ਗਈ। ਮੈਂ ਕਿਹਾ ਕਿ ਤੁਸੀਂ ਮੈਨੂੰ ਕਿਉਂ ਲੈ ਕੇ ਜਾ ਰਹੇ ਹੋ? ਤੁਸੀਂ ਬੱਚਿਆਂ ਦੀ ਮਾਂ ਨੂੰ ਲੈ ਕੇ ਜਾਓ। ਉਹ ਮਾਂ ਹੈ, ਉਹ ਬੱਚਿਆਂ ਬਾਰੇ ਜ਼ਿਆਦਾ ਜਾਣਦੀ ਹੈ। ਮੇਰੀ ਗੱਲ ਤੇ ਉਹ ਮੁਸਕਰਾਏ ਤੇ ਕਹਿਣ ਲੱਗੇ ਕਿ ਮਾਂ ਇਹੋ ਜਿਹੀ ਹੁੰਦੀ ਹੈ? ਇਸ ਨੂੰ ਤਾਂ ਪਤਾ ਵੀ ਨਹੀਂ ਕਿ ਮੇਰੇ ਬੱਚਿਆਂ ਨੂੰ ਕਿਹੜੀ ਦਵਾਈ ਸੂਟ ਕਰਦੀ ਹੈ ਤੇ ਕਿਹੜੀ ਨਹੀਂ। ਵੈਸੇ ਵੀ ਦਵਾਈ ਤਾਂ ਤੂੰ ਹੀ ਬੱਚਿਆਂ ਨੂੰ ਪਿਲਾਉਣੀ ਹੈ ਤੇ ਤੂੰ ਹੀ ਬੱਚਿਆਂ ਦਾ ਖਿਆਲ ਰੱਖਣਾ ਹੈ, ਤਾਂ ਇਸ ਲਈ ਬਿਹਤਰ ਹੋਵੇਗਾ ਕਿ ਤੂੰ ਹੀ ਮੇਰੇ ਨਾਲ ਚੱਲ। ਮੈਂ ਮਾਲਕ ਦੇ ਨਾਲ ਜਿਵੇਂ ਹੀ ਕਮਰੇ ਤੋਂ ਬਾਹਰ ਨਿਕਲੀ ਤਾਂ ਮਾਲਕਣ ਬਾਹਰ ਲੂਬੀ ਵਿੱਚ ਬੈਠੀ ਟੀਵੀ ਦੇਖ ਰਹੀ ਸੀ। ਮੈਨੂੰ ਮਾਲਕ ਦੇ ਨਾਲ ਬਾਹਰ ਜਾਂਦੇ ਹੋਏ ਦੇਖਿਆ ਤਾਂ ਕਹਿਣ ਲੱਗੀ ਕਿ ਤੁਸੀਂ ਕਿੱਥੇ ਜਾ ਰਹੇ ਹੋ? ਬੱਚਿਆਂ ਨੂੰ ਕੀ ਹੋਇਆ? ਮੇਰੀ ਥਾਂ ਤੇ ਮਾਲਕ ਨੇ ਜਵਾਬ ਦਿੱਤਾ। ਉਹ ਕਹਿਣ ਲੱਗੇ, ਤੈਨੂੰ ਨਹੀਂ ਪਤਾ? ਤੇਰੇ ਦੋਨੋਂ ਬੱਚਿਆਂ ਨੂੰ ਬੁਖਾਰ ਹੈ। ਇਹਨਾਂ ਨੂੰ ਡਾਕਟਰ ਦੇ ਕੋਲ ਲੈ ਕੇ ਜਾ ਰਿਹਾ ਹਾਂ। ਜੇ ਤੂੰ ਨਾਲ ਚੱਲਣਾ ਹੈ ਤਾਂ ਚੱਲ। ਇਹ ਗੱਲ ਸੁਣ ਕੇ ਮਾਲਕਣ ਨੂੰ ਗੁੱਸਾ ਆ ਗਿਆ ਸੀ। ਉਹ ਕਹਿਣ ਲੱਗੀ, ਨਾ ਬਾਬਾ ਨਾ, ਮੇਰੇ ਤੋਂ ਨਹੀਂ ਸੰਭਾਲੇ ਜਾਂਦੇ ਬੱਚੇ। ਤੈਨੂੰ ਹੀ ਸ਼ੌਂਕ ਸੀ। ਇਹ ਕਹਿ ਕੇ ਉਹ ਦੁਬਾਰਾ ਤੋਂ ਟੀਵੀ ਦੇ ਚੈਨਲ ਬਦਲਣ ਲੱਗੀ। ਮੈਂ ਇੰਨਾ ਹੈਰਾਨ ਸੀ ਉਸ ਔਰਤ ਤੇ ਕਿ ਇੱਕ ਮਾਂ ਹੋ ਕੇ ਉਸ ਨੂੰ ਆਪਣੇ ਬੱਚਿਆਂ ਦੀ ਬਿਲਕੁਲ ਵੀ ਪਰਵਾਹ ਨਹੀਂ ਹੈ। ਮੈਂ ਬਹੁਤ ਸਾਰੀਆਂ ਲਾਪਰਵਾਹ ਕੁੜੀਆਂ ਦੇਖੀਆਂ ਹਨ ਜਿਹੜੀਆਂ ਕਿ ਵਿਆਹ ਤੋਂ ਬਾਅਦ ਅਤੇ ਬੱਚੇ ਹੋਣ ਤੋਂ ਬਾਅਦ ਬੱਚੇ ਦੇ ਮਾਮਲੇ ਵਿੱਚ ਜ਼ਿੰਮੇਵਾਰ ਹੋ ਜਾਂਦੀਆਂ ਹਨ। ਇਹ ਕਿਹੋ ਜਿਹੀ ਮਾਂ ਸੀ ਜਿਸ ਨੂੰ ਬੱਚਿਆਂ ਲਈ ਕੋਈ ਤੜਫ ਹੀ ਨਹੀਂ ਸੀ। ਮਾਲਕਣ ਬਹੁਤ ਹੀ ਜ਼ਿਆਦਾ ਖੂਬਸੂਰਤ ਸੀ, ਪਰ ਉਸ ਨੂੰ ਬੱਚਿਆਂ ਦੀ ਬਿਲਕੁਲ ਵੀ ਪਰਵਾਹ ਨਹੀਂ ਸੀ। ਪਿਛਲੇ 2 ਮਹੀਨਿਆਂ ਤੋਂ ਮੈਂ ਉਹਨਾਂ ਦੇ ਘਰ ਬੱਚਿਆਂ ਨੂੰ ਸੰਭਾਲਦੀ ਸੀ ਤੇ ਮੈਂ ਦੇਖਿਆ ਸੀ ਕਿ ਮਾਲਕਣ ਖੁਦ ਨੂੰ ਹੀ ਬਹੁਤ ਜ਼ਿਆਦਾ ਸੱਜਦੀ ਸਵਾਰਦੀ ਰਹਿੰਦੀ ਸੀ। ਕਦੇ ਨੌਕਰਾਂ ਤੋਂ ਆਪਣੇ ਨਹੁੰ ਕਟਵਾਉਂਦੀ, ਕਦੇ ਹੱਥਾਂ ਪੈਰਾਂ ਦੀ ਮਾਲਿਸ਼ ਕਰਵਾਉਂਦੀ, ਹਰ ਵਕਤ ਆਪਣੀ ਹੀ ਪਰਵਾਹ ਕਰਦੀ ਸੀ। ਦੋਨਾਂ ਬੱਚਿਆਂ ਨੂੰ ਬੁਖਾਰ ਸੀ। ਪੂਰਾ ਦਿਨ ਮੈਂ ਬੱਚਿਆਂ ਦੇ ਨਾਲ ਥੱਕ ਗਈ ਸੀ। ਇੱਕ ਨੂੰ ਦਵਾਈ ਦਿੰਦੀ ਤਾਂ ਦੂਜਾ ਰੋਣ ਲੱਗ ਜਾਂਦਾ, ਦੂਜੇ ਨੂੰ ਸਲਾਉਂਦੀ ਤਾਂ ਪਹਿਲਾਂ ਕਮਰੇ ਵਿੱਚ ਕੋਈ ਨਾ ਕੋਈ ਚੀਜ਼ ਖਰਾਬ ਕਰ ਦਿੰਦਾ। ਬੁਖਾਰ ਦੇ ਕਾਰਨ ਦੋਨੇ ਬੱਚੇ ਚਿੜਚਿੜੇ ਹੋ ਗਏ ਸਨ। ਉਹ ਜਿੱਦੀ ਵੀ ਹੋ ਗਏ ਸਨ। ਵੈਸੇ ਤਾਂ ਉਹ ਹਰ ਗੱਲ ਮੇਰੀ ਮੰਨਦੇ ਸਨ, ਪਰ ਅੱਜ ਉਹ ਮੈਨੂੰ ਬਹੁਤ ਤੰਗ ਕਰ ਰਹੇ ਸਨ। ਮੈਂ ਰਾਤ ਤੱਕ ਬਿਲਕੁਲ ਥੱਕ ਚੁੱਕੀ ਸੀ। ਜਿਵੇਂ ਹੀ ਮਾਲਕ ਘਰ ਆਏ ਤਾਂ ਮੈਂ ਜਾਣ ਦੀ ਇਜਾਜ਼ਤ ਮੰਗੀ ਤਾਂ ਉਹ ਕਹਿਣ ਲੱਗੇ ਕਿ ਇਹ ਗੱਲ ਸਹੀ ਤਾਂ ਨਹੀਂ ਲੱਗ ਰਹੀ ਹੈ, ਪਰ ਮਜਬੂਰੀ ਹੈ। ਜੇ ਤੂੰ ਅੱਜ ਰਾਤ ਬੱਚਿਆਂ ਦੇ ਕੋਲ ਹੀ ਰਹਿ ਜਾਵੇਂ ਤਾਂ ਤੇਰਾ ਮੇਰੇ ਤੇ ਬਹੁਤ ਵੱਡਾ ਅਹਿਸਾਨ ਹੋਵੇਗਾ। ਮੈਂ ਕਿਹਾ ਕਿ ਮੈਂ ਕਿਵੇਂ ਰਹਿ ਸਕਦੀ ਹਾਂ? 8 ਵਜੇ ਮੇਰਾ ਪਤੀ ਵੀ ਕੰਮ ਤੋਂ ਵਾਪਸ ਆਉਂਦਾ ਹੈ ਤੇ ਉਹਨਾਂ ਨੂੰ ਵੀ ਖਾਣਾ ਦੇਣਾ ਹੁੰਦਾ ਹੈ। ਮੇਰੀ ਗੱਲ ਸੁਣ ਕੇ ਮਾਲਕ ਅਜੀਬ ਜਿਹੇ ਅੰਦਾਜ਼ ਵਿੱਚ ਮੈਨੂੰ ਕਹਿਣ ਲੱਗੇ, ਕੀ ਤੂੰ ਵਿਆਹੀ ਹੋਈ ਐ?
ਮੈਂ ਕਿਹਾ ਹਾਂ। ਮੇਰਾ ਜਵਾਬ ਸੁਣ ਕੇ ਮਾਲਕ ਦਾ ਚਿਹਰਾ ਉਦਾਸ ਜਿਹਾ ਹੋ ਗਿਆ। ਫਿਰ ਉਹਨਾਂ ਨੇ ਆਪਣੇ ਚਿਹਰੇ ਦਾ ਇੱਕਦਮ ਰੰਗ ਬਦਲ ਲਿਆ ਤੇ ਕਹਿਣ ਲੱਗੇ, ਤੂੰ ਆਪਣੇ ਪਤੀ ਨੂੰ ਪੁੱਛ ਕੇ ਇੱਕ ਰਾਤ ਇੱਥੇ ਬੱਚਿਆਂ ਕੋਲ ਰਹਿ ਜਾ, ਕਿਉਂਕਿ ਮੈਨੂੰ ਬੱਚਿਆਂ ਨੂੰ ਸੰਭਾਲਣ ਦਾ ਇੰਨਾ ਪਤਾ ਨਹੀਂ ਹੈ। ਸਾਰੀ ਰਾਤ ਮੈਂ ਉਹਨਾਂ ਨੂੰ ਕਿਵੇਂ ਸੰਭਾਲ ਸਕਦਾ ਹਾਂ? ਨਾਲੇ ਤੂੰ ਇਹਨਾਂ ਦੀ ਦਵਾਈ ਬਾਰੇ ਚੰਗੀ ਤਰ੍ਹਾਂ ਜਾਣਦੀ ਆਂ। ਮੈਂ ਕਿਹਾ ਠੀਕ ਹੈ, ਮੈਂ ਆਪਣੇ ਪਤੀ ਨੂੰ ਪੁੱਛ ਲੈਂਦੀ ਹਾਂ। ਮੈਂ ਆਪਣੇ ਪਰਸ ਵਿੱਚੋਂ ਆਪਣਾ ਫੋਨ ਕੱਢਿਆ ਤੇ ਆਪਣੇ ਪਤੀ ਨੂੰ ਸਾਰੀ ਗੱਲ ਦੱਸੀ ਤਾਂ ਮੇਰੇ ਪਤੀ ਨੇ ਕਿਹਾ ਕਿ ਠੀਕ ਹੈ, ਤੂੰ ਅੱਜ ਰਾਤ ਬੱਚਿਆਂ ਦੇ ਕੋਲ ਹੀ ਰੁਕ ਜਾ, ਮੈਂ ਆਪਣੀ ਰੋਟੀ ਦਾ ਇੰਤਜ਼ਾਮ ਖੁਦ ਕਰ ਲਵਾਂਗਾ। ਸਾਰੀ ਰਾਤ ਮੈਂ ਬੱਚਿਆਂ ਨੂੰ ਸੰਭਾਲਦੀ ਰਹੀ ਤੇ ਅਗਲੇ ਦਿਨ ਬੱਚੇ ਸ਼ਾਮ ਤੱਕ ਠੀਕ ਹੋ ਚੁੱਕੇ ਸਨ। ਸ਼ਾਮ ਨੂੰ ਜਦੋਂ ਮੈਂ ਵਾਪਸ ਜਾਣ ਲੱਗੀ ਤਾਂ ਮਾਲਕ ਨੇ ਮੈਨੂੰ 400 ਦਿਰਹਮ ਫੜਾਉਣੇ ਚਾਹੇ। ਮੈਂ ਕਿਹਾ ਕਿ ਇਹ ਤੁਸੀਂ ਕਿਉਂ ਦੇ ਰਹੇ ਹੋ? ਉਹ ਕਹਿਣ ਲੱਗੇ ਕਿ ਤੂੰ ਮੁਸ਼ਕਿਲ ਸਮੇਂ ਵਿੱਚ ਮੇਰੇ ਬੱਚਿਆਂ ਦੀ ਸੰਭਾਲ ਕੀਤੀ ਹੈ ਤੇ ਇਸ ਤੇ ਤੇਰਾ ਹੱਕ ਬਣਦਾ ਹੈ, ਤੂੰ ਇਨਕਾਰ ਨਾ ਕਰੀਂ ਪਲੀਜ਼। ਮੈਂ ਕਿਹਾ ਕਿ ਤੁਸੀਂ ਮੇਰੀ ਮਮਤਾ ਨੂੰ ਪੈਸੇ ਨਾਲ ਤੋਲ ਰਹੇ ਹੋ। ਹਾਂ, ਮੰਨਦੀ ਹਾਂ ਕਿ ਇਹ ਮੇਰੀ ਸਗੀ ਔਲਾਦ ਨਹੀਂ ਹਨ, ਪਰ ਮੈਂ ਇਹਨਾਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਹੀ ਸਮਝਦੀ ਹਾਂ। ਇਸ ਲਈ ਤੁਸੀਂ ਆਪਣੇ ਪੈਸੇ ਆਪਣੇ ਕੋਲ ਹੀ ਰੱਖੋ, ਮੈਨੂੰ ਇਹਨਾਂ ਦੀ ਜ਼ਰੂਰਤ ਨਹੀਂ ਹੈ। ਇਹ ਕਹਿ ਕੇ ਮੈਂ ਕਮਰੇ ਵਿੱਚੋਂ ਬਾਹਰ ਨਿਕਲ ਗਈ। ਮੇਰੇ ਵਿਆਹ ਨੂੰ ਵੀ 3 ਸਾਲ ਹੋ ਗਏ ਸਨ, ਪਰ ਮੇਰੀ ਕੋਈ ਔਲਾਦ ਨਹੀਂ ਸੀ। ਵਿਆਹ ਤੋਂ 2 ਮਹੀਨੇ ਬਾਅਦ ਮੈਂ ਪ੍ਰੈਗਨੈਂਟ ਹੋਈ ਸੀ, ਪਰ ਮੇਰੇ ਪਤੀ ਨੇ ਮੇਰੇ ਅੱਗੇ ਹੱਥ ਜੋੜ ਦਿੱਤੇ ਸਨ ਕਿ ਤੈਨੂੰ ਪਤਾ ਹੈ ਕਿ ਮੇਰੀ ਤਨਖਾਹ ਕਿੰਨੀ ਹੈ ਤੇ ਐਨੀ ਕੁ ਤਨਖਾਹ ਵਿੱਚ ਮੈਂ ਬੱਚੇ ਨੂੰ ਅਫੋਰਡ ਨਹੀਂ ਕਰ ਸਕਦਾ। ਅਜੇ ਤੂੰ ਅਬੋਰਸ਼ਨ ਕਰਵਾ ਦੇ, ਜਦ ਹਾਲਾਤ ਠੀਕ ਹੋ ਜਾਣਗੇ ਫਿਰ ਆਪਾਂ ਰੱਬ ਤੋਂ ਬੱਚਾ ਲੈ ਲਵਾਂਗੇ। ਉਸ ਵਕਤ ਮੈਂ ਬਹੁਤ ਰੋਈ ਸੀ ਕਿ ਬੱਚਾ ਆਪਣਾ ਨਸੀਬ ਲੈ ਕੇ ਆਉਂਦਾ ਹੈ, ਤੁਸੀਂ ਇਸ ਤਰ੍ਹਾਂ ਕਿਉਂ ਕਹਿ ਰਹੇ ਹੋ? ਪਰ ਮੇਰਾ ਪਤੀ ਮੇਰੀਆਂ ਮਿੰਨਤਾਂ ਕਰਨ ਲੱਗਾ। ਉਹ ਮੈਨੂੰ ਸਮਝਾਉਣ ਲੱਗਾ ਕਿ ਆਪਣਾ ਖਰਚਾ ਕਿੰਨਾ ਮੁਸ਼ਕਿਲ ਨਾਲ ਚੱਲਦਾ ਹੈ, ਮੈਂ ਕਿੰਨਾ ਤੰਗ ਹਾਂ, ਫਿਰ ਹੋਰ ਵੀ ਤੰਗ ਹੋ ਜਾਵਾਂਗਾ, ਤੂੰ ਮੈਨੂੰ ਸਮਝ। ਉਸ ਵਕਤ ਮੇਰੇ ਪਤੀ ਦੁਬਈ ਦਾ ਵੀਜ਼ਾ ਲਗਵਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਇਸ ਲਈ ਮੈਂ ਉਹਨਾਂ ਦੀ ਗੱਲ ਮੰਨ ਲਈ ਸੀ। ਉਸ ਤੋਂ ਬਾਅਦ ਅਸੀਂ ਦੁਬਈ ਵਿੱਚ ਆ ਗਏ ਸੀ। 2 ਸਾਲ ਤੋਂ ਮੇਰਾ ਪਤੀ ਕੰਮ ਕਰ ਰਿਹਾ ਸੀ, ਪਰ ਹਾਲਾਤ ਜਿਵੇਂ ਦੇ ਸਨ ਉਵੇਂ ਦੇ ਹੀ ਅਟਕੇ ਹੋਏ ਸਨ ਤੇ ਹਰ ਵਾਰ ਜਦੋਂ ਮੈਂ ਆਪਣੇ ਪਤੀ ਨੂੰ ਬੱਚੇ ਬਾਰੇ ਕਹਿੰਦੀ ਤਾਂ ਉਹ ਮਨਾ ਕਰ ਦਿੰਦੇ ਤੇ ਕਹਿੰਦੇ ਕਿ 1 ਸਾਲ ਹੋਰ ਰੁਕ ਜਾ, ਜਿਵੇਂ ਹੀ ਹਾਲਾਤ ਠੀਕ ਹੋ ਜਾਣਗੇ ਫਿਰ ਬੱਚਾ ਲੈ ਲਵਾਂਗੇ। ਆਪਾਂ ਕਿਹੜਾ ਬੁੜੇ ਹੋ ਗਏ ਹਾਂ ਕਿ ਔਲਾਦ ਨਹੀਂ ਹੋਵੇਗੀ। ਉਹ ਹਮੇਸ਼ਾ ਹੀ ਟਾਲ ਜਾਂਦੇ ਸਨ, ਪਰ ਮੈਨੂੰ ਐਵੇਂ ਸੀ ਕਿ ਉੱਪਰ ਵਾਲਾ ਮੈਨੂੰ ਔਲਾਦ ਦੇ ਦੇਵੇ। ਇਸ ਲਈ ਜਦ ਉਹਨਾਂ ਦੋਨਾਂ ਬੱਚਿਆਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਮੈਨੂੰ ਮਿਲੀ ਤਾਂ ਮੈਂ ਇਹ ਸਭ ਨਹੀਂ ਸਮਝਿਆ ਕਿ ਮੈਂ ਨੌਕਰੀ ਕਰ ਰਹੀ ਹਾਂ ਜਾਂ ਉਹ ਬੱਚੇ ਮੇਰੇ ਲਈ ਬੋਝ ਹਨ। ਮੈਂ ਆਪਣੀ ਸਾਰੀ ਮਮਤਾ ਉਹਨਾਂ 'ਤੇ ਨਿਛਾਵਰ ਕਰ ਦਿੱਤੀ ਸੀ ਤੇ ਦਿਲ ਤੋਂ ਉਹਨਾਂ ਨੂੰ ਸੰਭਾਲਦੀ ਸੀ। ਅਗਲੇ ਦਿਨ ਜਦ ਮੈਂ ਕੰਮ 'ਤੇ ਆਈ ਤਾਂ ਦੇਖਿਆ ਕਿ ਮਾਲਕ ਅਤੇ ਮਾਲਕਣ ਵਿੱਚ ਝਗੜਾ ਹੋ ਰਿਹਾ ਸੀ। ਪਤਾ ਨਹੀਂ ਕਿਸ ਗੱਲ 'ਤੇ ਇੰਨੀ ਬਹਿਸ ਹੋ ਰਹੀ ਸੀ ਕਿ ਮੈਨੂੰ ਵੀ ਡਰ ਲੱਗਣ ਲੱਗਿਆ ਕਿ ਕਿਤੇ ਉਹ ਤਲਾਕ ਨਾ ਲੈ ਲੈਣ। ਮਾਲਕ ਇਹੀ ਕਹਿ ਰਿਹਾ ਸੀ ਕਿ ਤੂੰ ਹਰ ਵਕਤ ਸ਼ਾਪਿੰਗ ਕਰਦੀ ਰਹਿੰਦੀ ਹੈ, ਆਪਣੇ ਆਪ ਨੂੰ ਸੰਵਾਰਦੀ ਰਹਿੰਦੀ ਹੈ, ਇੱਕ ਰਾਤ ਨੂੰ ਹੀ ਤਾਂ ਤੈਨੂੰ ਬੱਚਿਆਂ ਨੂੰ ਸੰਭਾਲਣਾ ਹੁੰਦਾ ਹੈ, ਉਹ ਵੀ ਤੂੰ ਅਲੱਗ ਕਮਰੇ ਵਿੱਚ ਜਾ ਕੇ ਸੌਂ ਜਾਂਦੀ ਹੈ, ਤੈਨੂੰ ਬਿਲਕੁਲ ਵੀ ਬੱਚਿਆਂ ਦੀ ਪਰਵਾਹ ਨਹੀਂ। ਜੇ ਤੇਰਾ ਇਹੀ ਰਵੱਈਆ ਰਿਹਾ ਤਾਂ ਮੈਂ ਤੈਨੂੰ ਛੱਡ ਦੇਵਾਂਗਾ। ਮਾਲਕ ਗੁੱਸੇ ਵਿੱਚ ਇਹ ਕਹਿੰਦੇ ਹੋਏ ਬਾਹਰ ਚਲੇ ਗਏ। ਮੈਂ ਉਸ ਵਕਤ ਬੱਚਿਆਂ ਦੇ ਕੋਲ ਬੱਚਿਆਂ ਦੇ ਕਮਰੇ ਵਿੱਚ ਬੈਠੀ ਸਾਰਾ ਕੁਝ ਸੁਣ ਰਹੀ ਸੀ। ਬੱਚੇ ਵੀ ਡਰੇ ਸਹਿਮੇ ਬੈਠੇ ਸਨ ਕਿਉਂਕਿ ਚਿਲਾਉਣ ਦੀ ਆਵਾਜ਼ ਕਮਰੇ ਤੱਕ ਆ ਰਹੀ ਸੀ। ਮੇਰਾ ਦਿਲ ਇੱਕਦਮ ਘਬਰਾ ਗਿਆ ਜਦ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ। ਬੜੇ ਹੀ ਗੁੱਸੇ ਵਾਲੇ ਅੰਦਾਜ਼ ਵਿੱਚ ਮਾਲਕਣ ਕਮਰੇ ਵਿੱਚ ਆਈ ਤੇ ਕਹਿਣ ਲੱਗੀ, ਚੱਲ ਛੁੱਟੀ ਹੈ ਤੇਰੀ, ਇੱਥੋਂ ਨਿਕਲ। ਇਹ ਕਹਿ ਕੇ ਉਸਨੇ ਚੁਟਕੀ ਵਜਾ ਕੇ ਮੈਨੂੰ ਬਾਹਰ ਜਾਣ ਲਈ ਕਿਹਾ ਸੀ। ਮੈਂ ਚੁੱਪਚਾਪ ਕਮਰੇ ਵਿੱਚੋਂ ਨਿਕਲ ਗਈ ਕਿਉਂਕਿ ਮੈਨੂੰ ਪਤਾ ਸੀ ਕਿ ਮਾਲਕਣ ਹੁਣ ਬਹੁਤ ਗੁੱਸੇ ਵਿੱਚ ਹੈ, ਉਹ ਮੇਰੀ ਕੋਈ ਗੱਲ ਨਹੀਂ ਸੁਣੇਗੀ। ਮੈਂ ਆਪਣੇ ਘਰ ਵਾਪਸ ਆ ਗਈ। ਫਿਰ ਮੈਨੂੰ ਨਹੀਂ ਪਤਾ ਕਿ ਕੀ ਹੋਇਆ ਜਾਂ ਕੀ ਨਹੀਂ, ਪਰ ਸ਼ਾਮ ਨੂੰ ਹੀ ਮੈਨੂੰ ਮਾਲਕ ਦਾ ਫੋਨ ਆਇਆ ਕਿ ਜਲਦੀ ਨਾਲ ਘਰ ਆ ਜਾ, ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ। ਮੈਂ ਕਿਹਾ ਕਿ ਮਾਲਕ ਹੁਣ ਤਾਂ ਰਾਤ ਦੇ 8 ਵੱਜ ਚੁੱਕੇ ਹਨ। ਤਾਂ ਉਹ ਕਹਿਣ ਲੱਗੇ ਕਿ ਮੈਂ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਹੈ, ਤੇਰਾ ਆਉਣਾ ਬਹੁਤ ਜ਼ਰੂਰੀ ਹੈ, ਤੂੰ ਜਲਦੀ ਨਾਲ ਇੱਥੇ ਆ ਜਾ। ਮੈਂ ਆਪਣੇ ਪਤੀ ਨੂੰ ਦੱਸਿਆ ਤਾਂ ਉਹ ਕਹਿਣ ਲੱਗੇ ਕਿ ਕੀ ਪਤਾ ਬੱਚਿਆਂ ਨੂੰ ਦੁਬਾਰਾ ਤੋਂ ਬੁਖਾਰ ਨਾ ਹੋ ਗਿਆ ਹੋਵੇ, ਮੈਂ ਤੈਨੂੰ ਛੱਡ ਆਉਂਦਾ ਹਾਂ। ਫਿਰ ਮੇਰੇ ਪਤੀ ਮੈਨੂੰ ਮਾਲਕ ਦੇ ਘਰ ਦੇ ਬਾਹਰ ਹੀ ਛੱਡ ਕੇ ਚਲੇ ਗਏ। ਜਿਵੇਂ ਹੀ ਮੈਂ ਮੇਨ ਗੇਟ ਦੀ ਬੈਲ ਵਜਾਈ ਤਾਂ ਦਰਵਾਜ਼ਾ ਚੌਕੀਦਾਰ ਦੀ ਜਗ੍ਹਾ ਮਾਲਕ ਨੇ ਹੀ ਖੋਲ੍ਹਿਆ ਸੀ। ਮੈਂ ਹੈਰਾਨੀ ਨਾਲ ਦੇਖਿਆ ਤਾਂ ਚੌਕੀਦਾਰ ਵੀ ਘਰ ਨਹੀਂ ਸੀ। ਮੈਂ ਮਾਲਕ ਨੂੰ ਪੁੱਛਿਆ ਤਾਂ ਉਹ ਕਹਿਣ ਲੱਗੇ ਕਿ ਚੌਕੀਦਾਰ ਆਪਣੇ ਘਰ ਗਿਆ ਹੈ।
ਤੂੰ ਅੰਦਰ ਆ, ਮੈਂ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਹੈ। ਇਹ ਸੁਣ ਕੇ ਮੈਂ ਮਾਲਕ ਦੇ ਨਾਲ ਅੰਦਰ ਚਲੀ ਗਈ, ਪਰ ਮੈਨੂੰ ਨਹੀਂ ਪਤਾ ਸੀ ਕਿ ਅੰਦਰ ਜਾ ਕੇ ਮੇਰੇ ਤੇ ਕਿਆਮਤ ਟੁੱਟ ਪਵੇਗੀ। ਜਿਵੇਂ ਹੀ ਮੈਂ ਅੰਦਰ ਗਈ ਤਾਂ ਲੂਬੀ ਬਿਲਕੁਲ ਖਾਲੀ ਸੀ। ਇਹ ਦੇਖ ਕੇ ਮੈਂ ਥੋੜਾ ਪਰੇਸ਼ਾਨ ਹੋ ਗਈ। ਮੈਂ ਸੋਫੇ ਦੇ ਕਿਨਾਰੇ ਤੇ ਜਾ ਕੇ ਬੈਠ ਗਈ। ਫਿਰ ਮਾਲਕ ਸਾਹਮਣੇ ਵਾਲੇ ਸੋਫੇ ਤੇ ਸਿਰ ਫੜ ਕੇ ਬੈਠ ਗਏ ਤੇ ਕੁਝ ਸੋਚਣ ਲੱਗੇ ਤੇ ਕਹਿਣ ਲੱਗੇ ਕਿ ਮੇਰੀ ਪਤਨੀ ਆਪਣੇ ਪੇਕੇ ਜਾ ਚੁੱਕੀ ਹੈ। ਜਦੋਂ ਮੈਂ ਘਰ ਆਇਆ ਤਾਂ ਮੇਰੇ ਬੱਚੇ ਵੀ ਇੱਥੇ ਨਹੀਂ ਸਨ। ਜਦ ਮੈਂ ਆਪਣੀ ਪਤਨੀ ਨੂੰ ਫੋਨ ਕਰਕੇ ਬੱਚਿਆਂ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗੀ ਕਿ ਮੈਂ ਬੱਚਿਆਂ ਨੂੰ ਨਾਲ ਲੈ ਕੇ ਨਹੀਂ ਗਈ। ਜਦ ਮੈਂ ਘਰ ਆਇਆ ਸੀ ਤਾਂ ਕੋਈ ਨੌਕਰ ਵੀ ਘਰ ਵਿੱਚ ਮੌਜੂਦ ਨਹੀਂ ਸੀ। ਮੈਨੂੰ ਨਹੀਂ ਪਤਾ ਕਿ ਉਹ ਬੱਚਿਆਂ ਨੂੰ ਖੁਦ ਲੈ ਕੇ ਗਈ ਹੈ ਜਾਂ ਬੱਚਿਆਂ ਨੂੰ ਅਗਵਾ ਕੀਤਾ ਹੈ। ਇਹ ਕਹਿ ਕੇ ਉਹ ਰੋਣ ਲੱਗੇ। ਫਿਰ ਉਹ ਕਹਿਣ ਲੱਗੇ ਕਿ ਤੂੰ ਮੇਰੇ ਬੱਚਿਆਂ ਨੂੰ ਲੱਭਣ ਵਿੱਚ ਮਦਦ ਕਰ ਦੇ। ਮੈਂ ਸੋਚ ਰਹੀ ਸੀ ਕਿ ਮੈਂ ਕੀ ਮਦਦ ਕਰ ਸਕਦੀ ਹਾਂ, ਪਰ ਇਹ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਸੀ ਕਿ ਉਹ ਇੱਕ ਮਾਂ ਹੋ ਕੇ ਕੀ ਖੇਡ ਖੇਲ ਰਹੀ ਹੈ। ਅਜੇ ਮੈਂ ਇਹ ਸੋਚ ਹੀ ਰਹੀ ਸੀ ਕਿ ਉਸੇ ਵਕਤ ਪੁਲਿਸ ਉੱਥੇ ਆ ਗਈ। ਪੁਲਿਸ ਨੇ ਮੈਨੂੰ ਤੇ ਮਾਲਕ ਨੂੰ ਦੇਖ ਕੇ ਮੈਨੂੰ ਗ੍ਰਿਫਤਾਰ ਕਰ ਲਿਆ ਤੇ ਉਲਟੇ ਸਿੱਧੇ ਇਲਜ਼ਾਮ ਲਗਾਉਣ ਲੱਗੇ। ਕਹਿਣ ਲੱਗੇ ਕਿ ਤੁਹਾਡੀ ਪਤਨੀ ਨੇ ਸਹੀ ਕੰਪਲੇਂਟ ਕੀਤੀ ਸੀ। ਪੁਲਿਸ ਮਾਲਕ ਨੂੰ ਕਹਿਣ ਲੱਗੀ ਕਿ ਤੇਰਾ ਇਸ ਔਰਤ ਦੇ ਨਾਲ ਚੱਕਰ ਹੈ, ਤਾਂ ਹੀ ਤੂੰ ਇਸ ਵਕਤ ਇਕੱਲੇ ਇਸ ਨੂੰ ਇੱਥੇ ਬੁਲਾਇਆ ਹੈ ਤੇ ਦੋਨੇ ਬੱਚਿਆਂ ਨੂੰ ਵੀ ਇਸੇ ਨੌਕਰਾਣੀ ਨੇ ਹੀ ਅਗਵਾ ਕੀਤਾ ਹੈ। ਇਹ ਸੁਣ ਕੇ ਮੇਰੇ ਹੋਸ਼ ਉੱਡ ਗਏ ਸਨ। ਮਾਲਕ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੈ, ਪਰ ਉਹ ਫਿਰ ਵੀ ਮੈਨੂੰ ਫੜ ਕੇ ਪੁਲਿਸ ਸਟੇਸ਼ਨ ਲੈ ਗਏ। ਮੈਂ ਬਹੁਤ ਰੋ ਰਹੀ ਸੀ। ਮੈਂ ਆਪਣੇ ਪਤੀ ਨੂੰ ਫੋਨ ਕਰ ਦਿੱਤਾ ਸੀ, ਉਹ ਵੀ ਪੁਲਿਸ ਸਟੇਸ਼ਨ ਪਹੁੰਚ ਗਏ, ਪਰ ਪੁਲਿਸ ਕੁਝ ਵੀ ਸੁਣਨ ਲਈ ਤਿਆਰ ਨਹੀਂ ਸੀ। ਫਿਰ ਮੇਰਾ ਪਤੀ ਮਾਲਕਣ ਦੇ ਕੋਲ ਚਲਾ ਗਿਆ। ਮੇਰੇ ਪਤੀ ਨੇ ਮਾਲਕਣ ਨੂੰ ਕਿਹਾ ਕਿ ਮੇਰੀ ਪਤਨੀ ਨੇ ਤੁਹਾਡੇ ਬੱਚਿਆਂ ਨੂੰ ਅਗਵਾ ਨਹੀਂ ਕੀਤਾ ਹੈ ਤੇ ਨਾ ਹੀ ਉਸ ਦਾ ਕਿਸੇ ਨਾਲ ਕੋਈ ਚੱਕਰ ਹੈ। ਮੈਨੂੰ ਆਪਣੀ ਪਤਨੀ ਤੇ ਪੂਰਾ ਭਰੋਸਾ ਹੈ। ਪਲੀਜ਼ ਤੁਸੀਂ ਆਪਣੀ ਕੰਪਲੇਂਟ ਵਾਪਸ ਲੈ ਲਓ। ਉਹ ਕਹਿਣ ਲੱਗੀ ਕਿ ਮੈਂ ਇੱਕ ਹੀ ਸ਼ਰਤ ਤੇ ਕੇਸ ਵਾਪਸ ਲਵਾਂਗੀ ਕਿ ਤੂੰ ਆਪਣੀ ਪਤਨੀ ਨੂੰ ਲੈ ਕੇ ਇੱਥੋਂ ਬਹੁਤ ਦੂਰ ਚਲੇ ਜਾ, ਕਿਉਂਕਿ ਮੇਰੇ ਪਤੀ ਨੇ ਮੈਨੂੰ ਸਾਫ਼-ਸਾਫ਼ ਕਹਿ ਦਿੱਤਾ ਹੈ ਕਿ ਉਹ ਮੈਨੂੰ ਤਲਾਕ ਦੇ ਕੇ ਤੇਰੀ ਪਤਨੀ ਨਾਲ ਵਿਆਹ ਕਰਵਾ ਲਵੇਗਾ, ਕਿਉਂਕਿ ਉਹ ਮੇਰੇ ਬੱਚਿਆਂ ਦਾ ਜ਼ਿਆਦਾ ਖਿਆਲ ਰੱਖਦੀ ਹੈ। ਇਹ ਸੁਣ ਕੇ ਮੇਰਾ ਪਤੀ ਵੀ ਦੰਗ ਰਹਿ ਗਿਆ। ਮੈਨੂੰ ਨਹੀਂ ਪਤਾ ਸੀ ਕਿ ਮਾਲਕ ਨੇ ਅਜਿਹਾ ਕਿਉਂ ਕਿਹਾ ਸੀ, ਪਰ ਇਹ ਸਭ ਸੁਣ ਕੇ ਮੇਰਾ ਦਿਲ ਬਹੁਤ ਦੁਖੀ ਹੋਇਆ ਸੀ। ਮੈਂ ਤਾਂ ਉਹਨਾਂ ਦਾ ਭਲਾ ਕਰ ਰਹੀ ਸੀ। ਮਾਲਕਣ ਨੇ ਆਪਣਾ ਕੇਸ ਵਾਪਸ ਲੈ ਲਿਆ ਸੀ। ਫਿਰ ਮੈਂ ਆਪਣੇ ਪਤੀ ਦੇ ਨਾਲ ਉੱਥੋਂ ਬਹੁਤ ਦੂਰ ਆ ਗਈ ਸੀ। ਮੈਨੂੰ ਉਹ ਬੱਚੇ ਹੁਣ ਵੀ ਬਹੁਤ ਯਾਦ ਆਉਂਦੇ ਹਨ। ਇਸ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਹਨ, ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ ਜੀ।